ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਟੂ ਟਾਈਮ ਟੂ ਲਰਨ ਪੰਜਾਬ। ਅੱਜ ਦਾ ਆਪਣਾ ਟੌਪਿਕ ਇਨਕਲੂਸਿਵ ਐਜੂਕੇਸ਼ਨ। ਇਨਕਲੂਸਿਵ ਐਜੂਕੇਸ਼ਨ ਕੀ ਹੈ, ਇਹ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਕਿਸ ਤਰ੍ਹਾਂ ਯੋਗਦਾਨ ਦਿੰਦੀ ਹੈ, ਇਸਦੇ ਕੀ ਕੰਪੋਨੈਂਟਸ ਹਨ ਅਤੇ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ। ਤੋ ਆਓ ਆਪਾਂ ਇਸ ਦੇ ਬਾਰੇ ਪੜ੍ਹਦੇ ਹਾਂ। ਤੋ ਇਸ ਦੇ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਜਾਣਨਾ ਜ਼ਰੂਰੀ ਹੈ ਕਿ CWSN ਚਿਲਡਰਨ ਵਿਦ ਸਪੈਸ਼ਲ ਨੀਡ ਕੀ ਹੈ, ਕਿਉਂਕਿ ਇਸ ਦਾ ਮੇਨ ਟਾਰਗੇਟ ਜੋ ਕਿ CWSN ਹੈ। ਤੋ ਇਸ ਤੋਂ ਆਪਾਂ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਜਾਣਨਾ ਜ਼ਰੂਰੀ ਹੈ ਕਿ CWSN ਕੀ ਹੈ। CWSN ਗੱਲ ਕਰੀਏ ਤਾਂ ਆਪਣੇ ਦੁਨੀਆ 'ਚ 93 ਮਿਲੀਅਨ ਬੱਚੇ ਜੋ ਕਿ ਡਿਸੇਬਿਲਟੀ ਨਾਲ ਪੀੜਤ ਹਨ, ਕਿਸੇ ਨਾ ਕਿਸੇ ਡਿਸੇਬਿਲਟੀ ਨਾਲ ਪੀੜਤ ਹਨ, ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਵਿਸ਼ੇਸ਼ ਧਿਆਨ ਦੀ ਜ਼ਰੂਰਤ ਹੈ। ਤੋ ਉਹ ਬੱਚੇ ਜਿਨ੍ਹਾਂ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਉਹ ਸਰੀਰਕ ਜਾਂ ਫਿਰ ਮਾਨਸਿਕ ਤੌਰ ਸੇ ਦਿਵਿਆਂਗ ਹਨ। ਪ੍ਰਤੇਕ ਬੱਚੇ ਦੀ ਸਿੱਖਣ ਦੀ ਸਮਰੱਥਾ, ਯਾਦ ਸ਼ਕਤੀ ਤੋਂ ਜਾਂ ਫਿਰ ਉਸਦੇ ਕਾਰਜ ਕਰਨ ਦੀ ਸ਼ਮਤਾ ਜੋ ਕਿ ਆਮ ਬੱਚਿਆਂ ਦੇ ਬਰਾਬਰ ਨਹੀਂ ਹੁੰਦੀ। ਤੋ ਇਸ ਦੀ ਇੱਕ ਐਗਜ਼ਾਮਪਲ ਲਈਏ ਤਾਂ ਜਦੋਂ ਬੱਚੇ ਨੂੰ ਸਿੱਖਿਆ ਗ੍ਰਹਿਣ ਕਰਨ ਸਮੇਂ ਕੋਈ ਮੁਸ਼ਕਿਲ ਆਉਂਦੀ ਹੈ, ਜਿਵੇਂ ਕਿ ਬੱਚੇ ਨੂੰ ਸੁਣਾਈ ਨਹੀਂ ਦਿੰਦਾ, ਘੱਟ ਸੁਣਾਈ ਦਿੰਦਾ ਹੈ, ਤਾਂ ਉਸ ਨੂੰ ਸੁਣਨ ਯੋਗ ਯੰਤਰ ਹੀਅਰਿੰਗ ਏਡ ਦੀ ਜ਼ਰੂਰਤ ਪੈਂਦੀ ਹੈ, ਜਿਸ ਨੂੰ ਲਗਾ ਕੇ ਉਸ ਨੂੰ ਆਮ ਬੱਚਿਆਂ ਵਾਂਗ ਸੁਣਾਈ ਦੇਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉਹ ਬੱਚਾ ਵਿਸ਼ੇਸ਼ ਲੋੜਾਂ ਵਾਲਾ ਬੱਚਾ ਕਹਿਲਾਏਗਾ। ਇਸ ਦੇ ਅਨੁਸਾਰ ਹੋਰ ਵੀ ਐਗਜ਼ਾਮਪਲਾਂ ਹਨ, ਚਾਹੇ ਉਹ ਗੱਲ ਕਰੀਏ ਤਾਂ ਆਪਾਂ ਵਿਜ਼ੂਅਲੀ ਇੰਪੇਅਰਡ ਬਲਾਈਂਡ ਬੱਚੇ ਜਿਨ੍ਹਾਂ ਨੂੰ ਬ੍ਰੇਲ ਲਿਪੀ ਰਾਹੀਂ ਪੜ੍ਹਾਇਆ ਜਾਂਦਾ ਹੈ, ਤੋ ਉਹ ਲਿਖ ਨਹੀਂ ਸਕਦੇ, ਨਾ ਹੀ ਦੇਖ ਸਕਦੇ ਹਨ, ਦੇਖ ਕੇ ਲਿਖ ਸਕਦੇ ਹਨ, ਤਾਂ ਉਹਨਾਂ ਨੂੰ ਇੱਕ ਬ੍ਰੇਲ ਲਿਪੀ ਉਹਨਾਂ ਦੀ ਲਿਪੀ ਵਿੱਚ ਪੜ੍ਹਾਇਆ ਜਾਂਦਾ ਹੈ। ਉਹ ਬੱਚੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਹਿਲਾਉਂਦੇ ਹਨ। ਤੋ ਇਸ ਦੀਆਂ ਹੋਰ ਵੀ ਐਗਜ਼ਾਮਪਲਾਂ ਹਨ ਜਿਸ ਦੇ ਬਾਰੇ ਆਪਾਂ ਅੱਗੇ ਵੀ ਗੱਲ ਕਰਾਂਗੇ, ਕੀ ਇਸ ਦੀ ਡਿਸੇਬਿਲਟੀਜ਼ ਹਨ, ਇਸ ਦੇ ਵਿੱਚ ਕੀ ਕੈਟਾਗਰੀਜ਼ ਹਨ। ਤੋ ਆਓ ਆਪਾਂ ਅੱਗੇ ਗੱਲ ਕਰਦੇ ਹਾਂ ਇਨਕਲੂਸਿਵ ਐਜੂਕੇਸ਼ਨ। ਇਨਕਲੂਸਿਵ ਐਜੂਕੇਸ਼ਨ ਵੇਅਰ children with and without disability participate and learn together in same class। ਸੰਮਿਲਿਤ ਸਿੱਖਿਆ, ਜਿਸ ਵਿੱਚ ਵਿਸ਼ੇਸ਼ ਬੱਚਿਆਂ ਨੂੰ ਆਮ ਬੱਚਿਆਂ ਦੇ ਨਾਲ ਬਿਠਾ ਕੇ ਇੱਕੋ ਹੀ ਕਲਾਸਰੂਮ ਵਿੱਚ ਉਹਨਾਂ ਦੀ ਲੋੜ ਅਨੁਸਾਰ ਸਿੱਖਿਆ ਦਿੱਤੀ ਜਾਂਦੀ ਹੈ, ਤੋ ਸਮਿਲਿਤ ਸਿੱਖਿਆ ਕਹਿਲਾਉਂਦੀ ਹੈ। ਇਸ ਦੇ ਵਿਰੁੱਧ ਇੱਕ ਹੋਰ ਹੈ ਕੰਪੋਨੈਂਟ ਜਿਸ ਨੂੰ ਇੰਟੀਗ੍ਰੇਟਿਡ ਐਜੂਕੇਸ਼ਨ ਕਿਹਾ ਜਾਂਦਾ ਹੈ। ਤੋ ਇਹ ਦੋਨੋਂ ਅਲੱਗ-ਅਲੱਗ ਹਨ, ਇਨਕਲੂਸਿਵ ਐਜੂਕੇਸ਼ਨ ਔਰ ਇੰਟੀਗ੍ਰੇਟਿਡ ਐਜੂਕੇਸ਼ਨ। ਸੰਮਿਲਿਤ ਸਿੱਖਿਆ, ਏਕੀਕ੍ਰਿਤ ਸਿੱਖਿਆ, ਇਹ ਅਲੱਗ-ਅਲੱਗ ਹਨ। ਅਤੇ ਕਈ ਵਾਰ ਪੁੱਛ ਲਿੱਤਾ ਜਾਂਦਾ ਹੈ ਕਿ ਇਸ ਦੇ ਇੱਕ ਥਾਂ 'ਤੇ ਆਮ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਬੈਠ ਕੇ ਪੜ੍ਹਨ ਨੂੰ ਕੀ ਕਿਹਾ ਜਾਂਦਾ ਹੈ, ਉਹ ਇਨਕਲੂਸਿਵ ਐਜੂਕੇਸ਼ਨ 'ਚ ਆਏਗਾ। ਤੋ ਇੱਕ ਦੂਜੇ ਪਾਸੇ ਇੰਟੀਗ੍ਰੇਟਿਵ ਐਜੂਕੇਸ਼ਨ ਬਾਰੇ ਵੀ ਪੁੱਛ ਲਿੱਤਾ ਜਾਂਦਾ ਹੈ, ਜੋ ਕਿ ਡਿਫਰੈਂਸ ਹੈ, ਪਰ ਜ਼ਿਆਦਾਤਰ ਬੱਚੇ ਇਨਕਲੂਸਿਵ ਐਜੂਕੇਸ਼ਨ ਅਤੇ ਇੰਟੀਗ੍ਰੇਟਿਵ ਇੱਕੋ ਹੀ ਮੰਨਦੇ ਹਨ। ਤੋ ਆਓ ਆਪਾਂ ਗੱਲ ਕਰਦੇ ਹਾਂ ਇਨਕਲੂਸਿਵ ਐਜੂਕੇਸ਼ਨ ਕੀ ਹੈ। ਇਨਕਲੂਸਿਵ ਐਜੂਕੇਸ਼ਨ, ਜਿਵੇਂ ਕਿ ਪਿੱਛੇ ਆਪਾਂ ਪੜ੍ਹ ਚੁੱਕੇ ਹਾਂ, ਆਮ ਬੱਚਿਆਂ ਦੇ ਨਾਲ ਬਿਠਾ ਕੇ ਇੱਕੋ ਹੀ ਕਲਾਸਰੂਮ ਵਿੱਚ ਬਿਠਾ ਕੇ ਉਹਨਾਂ ਦੀ ਲੋੜ ਅਨੁਸਾਰ ਸਿੱਖਿਆ ਦਿੱਤੀ ਜਾਂਦੀ ਹੈ। ਪਰ ਆਪਾਂ ਗੱਲ ਕਰੀਏ ਏਕੀਕ੍ਰਿਤ ਸਿੱਖਿਆ ਦੀ, ਜਿਸ ਦੇ ਵਿੱਚ ਸਿਰਫ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਪੈਸ਼ਲ ਸਕੂਲ ਖੋਲ੍ਹੇ ਗਏ ਹਨ, ਜਿਸ ਦੇ ਵਿੱਚ ਜੇਕਰ ਕੋਈ ਬੱਚਾ ਸੁਣ ਨਹੀਂ ਸਕਦਾ, ਬੋਲ ਨਹੀਂ ਸਕਦਾ, ਤਾਂ ਉਹਨੂੰ ਹੀਅਰਿੰਗ ਇੰਪੇਅਰਡ ਲਈ ਉਹਨੂੰ ਸਿਰਫ ਉਸ ਸਕੂਲ ਵਿੱਚ ਹੀ ਪੜ੍ਹਾਇਆ ਜਾਵੇਗਾ। ਜੇਕਰ ਕੋਈ ਬੱਚਾ ਦੇਖ ਨਹੀਂ ਸਕਦਾ, ਉਸ ਨੂੰ ਸਪੈਸ਼ਲ ਵਿਜ਼ੂਅਲੀ ਇੰਪੇਅਰਡ ਹੋ ਗਿਆ ਅਤੇ ਉਸ ਨੂੰ ਵਿਜ਼ੂਅਲੀ ਇੰਪੇਅਰਡ ਲਈ ਸਪੈਸ਼ਲ ਸਕੂਲ ਜੋ ਖੋਲ੍ਹੇ ਗਏ ਹਨ, ਉੱਥੇ ਹੀ ਉਹਨੂੰ ਪੜ੍ਹਾਇਆ ਜਾਵੇਗਾ। ਤੋ ਇਸ ਦੇ ਦੋਨਾਂ ਵਿੱਚ ਬਹੁਤ ਹੀ ਅੰਤਰ ਹੈ। ਤੋ ਆਓ ਆਪਾਂ ਗੱਲ ਕਰਦੇ ਹਾਂ 2009 ਵਿੱਚ ਸਿੱਖਿਆ ਦਾ ਅਧਿਕਾਰ ਨਿਯਮ RTE ਰਾਈਟ ਟੂ ਐਜੂਕੇਸ਼ਨ ਮੁਫਤ ਅਤੇ ਜ਼ਰੂਰੀ ਸਿੱਖਿਆ ਅਧੀਨ ਸਰਵ ਸਿੱਖਿਆ ਅਭਿਆਨ ਤਹਿਤ ਸੰਮਿਲਿਤ ਸਿੱਖਿਆ ਨੂੰ ਪੂਰੇ ਭਾਰਤ ਵਿੱਚ ਸੁਚਾਰੂ ਰੂਪ ਦਿੱਤਾ ਗਿਆ, ਜਦ ਕਿ ਏਕੀਕ੍ਰਿਤ ਸਿੱਖਿਆ 1974 ਵਿੱਚ ਭਾਰਤ ਸਰਕਾਰ ਵੱਲੋਂ IDSS ਅਧੀਨ ਇਸ ਦੀ ਸ਼ੁਰੂਆਤ ਕੀਤੀ ਗਈ। ਤੋ ਆਓ ਆਪਾਂ ਅੱਗੇ ਪੜ੍ਹਦੇ ਹਾਂ ਇਨਕਲੂਸਿਵ ਐਜੂਕੇਸ਼ਨ। ਇਨਕਲੂਸਿਵ ਐਜੂਕੇਸ਼ਨ ਜਿੱਥੇ ਬੱਚੇ ਲਈ ਸਿਸਟਮ ਨੂੰ ਚੇਂਜ ਕੀਤਾ ਜਾਂਦਾ ਹੈ, ਅਤੇ ਚਾਹੇ ਉਹ ਇਨਫਰਾਸਟਰਕਚਰ ਹੋਵੇ, ਚਾਹੇ ਉਹ ਕਲਾਸਰੂਮ ਹੋਣ, ਕਰਿਕੂਲਮ ਹੋਣ, ਬੈਰੀਅਰ ਫਰੀ ਇਨਵਾਇਰਮੈਂਟਲ ਪੈਦਾ ਕੀਤਾ ਜਾਂਦਾ ਹੈ, ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ। ਉਸ ਦੇ ਵਿੱਚ ਆਪਾਂ ਖੇਲ ਦਾ ਮੈਦਾਨ ਲਗਾ ਲਈਏ, ਚਾਹੇ ਉਸ ਦੇ ਲਈ ਰੈਂਪ
ਰੈਂਪ ਤਿਆਰ ਕੀਤੇ ਜਾਂਦੇ ਹਨ। ਬੱਚਾ ਪੌੜੀਆਂ ਨਹੀਂ ਚੜ੍ਹ ਸਕਦਾ, ਕੋਈ ਵੀ ਜਿਸ ਨੂੰ ਤੁਰਨ ਫਿਰਨ 'ਚ ਪ੍ਰੋਬਲਮ ਹੁੰਦੀ ਹੈ, ਪੌੜੀਆਂ ਨਹੀਂ ਚੜ੍ਹ ਸਕਦਾ, ਉਸ ਦੇ ਲਈ ਰੈਂਪ ਬਣਾਏ ਜਾਂਦੇ ਹਨ। ਰਿਸੋਰਸਿਸ ਕੈਨ ਬੀ ਯੂਜ਼ ਫॉर ਨੋਰਮਲ ਚਿਲਡਰਨ ਐਂਡ CWSN। ਤੋ ਇਸ ਦੇ ਵਿਰੁੱਧ ਜੇਕਰ ਗੱਲ ਕਰੀਏ ਇੰਟੀਗ੍ਰੇਟਿਡ ਐਜੂਕੇਸ਼ਨ, ਏਕੀਕ੍ਰਿਤ ਸਿੱਖਿਆ ਦੀ ਗੱਲ ਕਰੀਏ ਤਾਂ ਬੱਚੇ ਦੀ ਵਿਸ਼ੇਸ਼ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਹੈ, ਸਿਰਫ ਤੇ ਸਿਰਫ ਬੱਚੇ ਦੀ ਵਿਸ਼ੇਸ਼ ਜ਼ਰੂਰਤਾਂ ਨੂੰ। ਤੋ ਇਸ ਦੇ ਉਲਟ ਇਨਕਲੂਸਿਵ ਐਜੂਕੇਸ਼ਨ ਵਿੱਚ ਪਾਠਕ੍ਰਮ, ਫਰਨੀਚਰ, ਰੁਕਾਵਟ ਰਹਿਤ ਵਾਤਾਵਰਨ ਅਤੇ ਬੱਚੇ ਦੇ ਲਈ ਜੋ ਆਮ ਬੱਚੇ ਅਤੇ ਵਿਸ਼ੇਸ਼ ਬੱਚਿਆਂ ਨੂੰ ਸਾਂਝੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਸਿਸਟਮ ਨੂੰ ਚੇਂਜ ਕੀਤਾ ਜਾਂਦਾ ਹੈ ਅਤੇ ਦੂਸਰੇ ਪਾਸੇ ਸਿਸਟਮ ਨੂੰ ਚੇਂਜ ਨਹੀਂ ਕੀਤਾ ਜਾਂਦਾ, ਬੱਚੇ ਲਈ ਸਪੈਸ਼ਲ ਐਜੂਕੇਸ਼ਨ ਸ਼ੁਰੂ ਕੀਤੀ ਜਾਂਦੀ ਹੈ। ਤੋ ਆਓ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਇਸ ਦੀ ਜ਼ਰੂਰਤ ਕਿਉਂ ਹੈ। ਕੌਨਸਟੀਟਿਊਸ਼ਨਲ ਕਮਿਟਮੈਂਟ, ਆਪਣੇ ਸੰਵਿਧਾਨ ਦੇ ਵਿੱਚ ਕਿਹਾ ਗਿਆ ਹੈ ਕਿ ਬੱਚਾ ਚਾਹੇ ਸਰੀਰਕ, ਸੰਵੇਗਾਤਮਕ, ਮਾਨਸਿਕ ਕਿਸੇ ਵੀ ਤਰ੍ਹਾਂ ਦੀ ਡਿਸੇਬਿਲਿਟੀ ਦੇ ਨਾਲ ਪੀੜਿਤ ਹੋਵੇ, ਉਸ ਨੂੰ ਸਿੱਖਿਆ ਦੇਣਾ ਅਤੇ ਸਿੱਖਿਆ ਉਸ ਤੱਕ ਪਹੁੰਚਾਉਣ ਦਾ ਪ੍ਰਯਾਸ ਕੀਤਾ ਜਾਣਾ ਚਾਹੀਦਾ ਹੈ। ਯੂਨਾਈਟਿਡ ਨੈਸ਼ਨਲ ਡਿਕਲੇਰੇਸ਼ਨ 1959, ਯੂਨਾਈਟਿਡ ਨੈਸ਼ਨਲ ਡਿਕਲੇਰੇਸ਼ਨ ਸੰਯੁਕਤ ਰਾਸ਼ਟਰ ਦੁਆਰਾ ਬੱਚੇ ਦੀ ਦੇਖਭਾਲ ਅਤੇ ਬੱਚੇ ਨੂੰ ਸਿੱਖਿਆ ਦੇਣਾ ਉਸ ਦੇ ਲਈ ਅਨਿਵਾਰਿਆ ਕਿਹਾ ਗਿਆ ਹੈ। ਨੈਸ਼ਨਲ ਪਾਲਿਸੀ ਫॉर ਚਿਲਡਰਨ 1974 ਤੋਂ ਆਪਣੀ ਨੈਸ਼ਨਲ ਪਾਲਿਸੀ ਆਫ ਚਿਲਡਰਨ, ਜਿਸ ਦੇ ਵਿੱਚ ਵਿਕਲਾਂਗ ਬੱਚਿਆਂ ਨੂੰ ਆਪਣੇ ਸਮਾਜ ਦੇ ਵਿੱਚ ਆਮ ਬੱਚਿਆਂ ਦੇ ਵਾਂਗ ਸਮਾਨ ਅਵਸਰ ਪ੍ਰਦਾਨ ਕਰਨ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਰਾਸ਼ਟਰੀ ਨੀਤੀ 1986, ਜਿਸੇ 1992 ਵਿੱਚ ਅਮੈਂਡਮੈਂਟ ਕੀਤੀ ਗਈ, ਵਿਕਲਾਂਗ ਬੱਚਿਆਂ ਜਾਂ ਵਿਅਕਤੀਆਂ ਦੀ ਸਿੱਖਿਆ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦੀ ਵਰਲਡ ਕਾਨਫਰੰਸ ਆਫ ਐਜੂਕੇਸ਼ਨ, ਵਰਲਡ ਕਾਨਫਰੰਸ ਆਫ ਐਜੂਕੇਸ਼ਨ ਦੀ ਗੱਲ ਕਰੀਏ ਤਾਂ 1990 ਦੇ ਵਿੱਚ ਹੋਈ, ਜਿਸ ਦੇ ਵਿੱਚ ਗੈਰ ਸਰਕਾਰੀ ਅਤੇ ਸਰਕਾਰੀ ਆਪਣੇ ਸੰਗਠਨਾਂ ਨੇ ਭਾਗ ਲਿੱਤਾ ਅਤੇ ਉਸ ਦੇ ਵਿੱਚ ਵਿਕਲਾਂਗ ਵਿਅਕਤੀਆਂ ਦੀ ਅਵਸਥਾਵਾਂ, ਉਹਨਾਂ ਦੀ ਲੋੜਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਅਤੇ ਪ੍ਰਤੇਕ ਵਿਅਕਤੀ, ਚਾਹੇ ਉਹ ਕਿਸੇ ਵੀ ਡਿਸੇਬਿਲਿਟੀ ਨਾਲ ਪੀੜਿਤ ਹੈ, ਕਿਸੇ ਵੀ ਡਿਸੇਬਿਲਿਟੀ ਦੇ ਵਿੱਚ ਹੈ, ਉਸਨੂੰ ਸਿੱਖਿਆ ਲਈ ਕਦਮ ਉਠਾਉਣ ਦੇ ਲਈ ਇਸ ਦੇ ਵਿੱਚ ਚਰਚਾ ਕੀਤੀ ਗਈ। ਸੈਲਮਨ ਸਟੇਟਮੈਂਟ 1994, ਜਿਸ ਦੇ ਵਿੱਚ 98 ਦੇਸ਼ਾਂ ਨੇ ਭਾਗ ਲਿਆ, 25 ਅੰਤਰਰਾਸ਼ਟਰੀ ਸੰਗਠਨ। ਤੋਂ ਆਪਾਂ ਗੱਲ ਕਰਦੇ ਹਾਂ ਵਿਸ਼ੇਸ਼ ਸਿੱਖਿਆ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਸੀਗੀ ਆਪਣਾ ਕਥਨ, ਜੋ ਕਿ ਬਹੁਤ ਹੀ ਕਾਫੀ ਪ੍ਰਚਲਿਤ ਹੈ, ਜੋ ਕਿ ਬਹੁਤ ਮੇਨ ਮੰਨਿਆ ਗਿਆ ਹੈ। ਤੋਂ ਇਸ ਦੇ ਵਿੱਚ ਵਿਸ਼ੇਸ਼ ਸਿੱਖਿਆ ਨੂੰ ਕਾਫੀ ਮਹੱਤਤਾ ਦਿੱਤੀ ਗਈ ਸੀ। ਤੋਂ ਆਓ ਆਪਾਂ ਗੱਲ ਕਰਦੇ ਹਾਂ ਇਨਕਲੂਸਿਵ ਐਜੂਕੇਸ਼ਨ ਕਿਹੜੀ ਕੈਟਾਗਰੀਆਂ ਨੂੰ ਆਪਣੇ ਅਧੀਨ ਉਸ ਦੇ ਅਧੀਨ ਆਉਂਦੀਆਂ ਹਨ। ਲਰਨਿੰਗ ਡਿਸੇਬਿਲਿਟੀ, ਜੋ ਕਿ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਹੁੰਦੇ ਹਨ। ਇੰਟੈਕਚੁਅਲ ਡਿਸੇਬਿਲਿਟੀ, ਆਲਸੋ ਨੋਨ ਐਜ਼ ਮੈਂਟਲ ਰਿਟਾਰਡ। ਤੋਂ ਵਿਜ਼ੂਅਲੀ ਇੰਪੇਅਰਡ, ਜਿਹੜੇ ਬੱਚੇ ਦੇਖ ਨਹੀਂ ਸਕਦੇ ਔਰ ਜਿਨ੍ਹਾਂ ਨੂੰ ਬ੍ਰੇਲ ਲਿਪੀ ਦੀ ਜ਼ਰੂਰਤ ਪੈਂਦੀ ਹੈ। ਤੋਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਲਰਨਿੰਗ ਡਿਸੇਬਿਲਿਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਕੈਟਾਗਰੀਆਂ ਆਉਂਦੀਆਂ ਹਨ, ਜਿਸ ਦੇ ਵਿੱਚ ਡਿਸਗ੍ਰਾਫੀਆ, ਡਿਸਕੈਲਕੁਲੀਆ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਐਵੇਂ ਦੀਆਂ ਕੈਟਾਗਰੀਆਂ ਹਨ, ਜਿਸ ਦੇ ਲਈ ਆਪਾਂ ਇੱਕ ਅਲੱਗ ਤੋਂ ਲੈਕਚਰ ਤਿਆਰ ਕਰਾਂਗੇ, ਜੋ ਕਿ 1-2 ਦਿਨਾਂ ਤੱਕ ਅਪਲੋਡ ਕਰ ਦਿੱਤਾ ਜਾਵੇਗਾ। ਤੋਂ ਵਿਜ਼ੂਅਲੀ ਇੰਪੇਅਰਡ ਆਪਾਂ ਜਿਸ ਦੀ ਦੇਖਣ ਦੀ ਸ਼ਮਤਾ 6/6 ਮੰਨਿਆ ਗਿਆ ਹੈ ਕਿ ਉਹ ਜਿਹੜਾ ਬੰਦਾ 6/6 ਵਿਊ ਨੂੰ ਸਹੀ ਤਰੀਕੇ ਨਾਲ ਦੇਖ ਸਕਦਾ ਹੈ, ਤਾਂ ਉਸ ਦੀ ਵਿਜ਼ੂਅਲੀ ਇੰਪੇਅਰਡ ਸਹੀ ਹੈ। ਹੀਅਰਿੰਗ ਇੰਪੇਅਰਡ ਆਪਣੇ ਜਿਹੜੇ ਡੀਬੀ ਆਪਣੀ ਸੁਣਨ ਦੀ ਸ਼ਮਤਾ ਨੂੰ, ਜਿਸ ਨੂੰ ਡੀਬੀ ਵਿੱਚ ਮਾਪਿਆ ਜਾਂਦਾ ਹੈ, 0 ਤੋਂ ਲੈ ਕੇ 20 ਤੱਕ ਡੀਬੀ ਡੈਸੀਬਲਸ। ਜੇ ਬੰਦੇ ਨੂੰ ਸੁਣਨ ਦੇ ਵਿੱਚ ਜੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸ ਦੇ ਉੱਪਰ ਜਿਵੇਂ ਉੱਪਰ ਸਤਰ ਜਾਂਦਾ ਰਹੇਗਾ, ਉਸ ਦੀ ਜਿਹੜੀ ਡਿਸੇਬਿਲਿਟੀ ਕ੍ਰੀਏਟ ਹੁੰਦੀ ਰਹੇਗੀ। ਸਧਾਰਨ ਬੰਦੇ ਨੂੰ ਸੁਣਨ ਦੀ ਸ਼ਮਤਾ 0 ਤੋਂ 20 ਡੀਬੀ ਹੈ। ਹੀਅਰਿੰਗ ਇੰਪੇਅਰਡ ਹੋ ਗਿਆ।
ਔਟਿਜ਼ਮ ਜਿਹੜੇ ਬੱਚੇ ਮਸਤ-ਮਲੰਗ ਹੁੰਦੇ ਹਨ, ਹਾਈਪਰ ਐਕਟੀਵਿਟੀ ਕਰਦੇ ਹਨ, ਜੋ ਕਿ ਕਿਸੇ ਦੇ ਬੁਲਾਏ 'ਤੇ ਬੋਲਦੇ ਨਹੀਂ, ਆਪਣਾ ਮਸਤ ਰਹਿੰਦੇ ਹਨ। ਤੋ ਸੈਰੇਬਰਲ ਪਾਲਸੀ ਇੱਕ ਦਿਮਾਗੀ ਲਕਵਾ ਹੁੰਦਾ ਹੈ, ਜਿਸ ਦੇ ਵਿੱਚ ਦਿਮਾਗ ਦੇ ਨਾਲ-ਨਾਲ ਸਰੀਰ ਦੇ ਹੋਰ ਕਈ ਅੰਗ ਹੁੰਦੇ ਅਫੈਕਟਿਡ ਹੁੰਦੇ ਹਨ, ਚਾਹੇ ਉਹ ਲੱਤਾਂ ਹੋਣ ਅਤੇ ਚਾਹੇ ਉਹ ਹੱਥ ਹੋਣ। ਤੋ ਔਰਥੋਪੈਡਿਕਲੀ ਹੈਂਡੀਕੈਪ ਤੋ ਇਹਦੇ ਵਿੱਚ ਲੱਤਾਂ ਬਾਹਾਂ ਜਿਸ ਦੇ ਬੱਚੇ ਦੀ ਜਾਂ ਵਿਅਕਤੀ ਦੀ ਹੱਥ ਤੋਂ ਡਿਸੇਬਿਲਿਟੀ ਹੈ, ਇੱਕ ਹੱਥ ਤੋਂ ਹੈ, ਦੋ ਹੱਥਾਂ ਤੋਂ ਹੈ, ਲੱਤਾਂ ਤੋਂ ਹੈ, ਤੋ ਔਰਥੋਪੈਡਿਕਲੀ ਇੰਪੇਅਰਡ ਕਹਿਲਾਉਂਦੇ ਹਨ। ਮਲਟੀਪਲ ਡਿਸੇਬਿਲਿਟੀ ਦੇ ਵਿੱਚ ਆਪਾਂ ਕਵਰ ਕਰਦੇ ਹਾਂ ਇੱਕ ਤੋਂ ਵਧੇਰੇ ਡਿਸੇਬਿਲਿਟੀਜ਼, ਜਿਵੇਂ ਮੰਨ ਲਈਏ ਕਿ ਬੱਚਾ ਵਿਜ਼ੂਅਲੀ ਇੰਪੇਅਰਡ ਵੀ ਹੈ ਅਤੇ ਉਸ ਨੂੰ ਔਰਥੋਪੈਡਿਕਲੀ ਵੀ ਪ੍ਰੋਬਲਮ ਹੈ, ਤਾਂ ਉਹ MD ਕੈਟਾਗਰੀ ਵਿੱਚ ਆਏਗਾ। ਜਾਂ ਫਿਰ ਬੱਚੇ ਨੂੰ ਮੈਂਟਲ ਰਿਟਾਰਡ ਵੀ ਹੈ ਅਤੇ ਉਹ ਔਰਥੋਪੈਡਿਕਲੀ ਇੰਪੇਅਰਡ ਵੀ ਹੈ, ਤਾਂ ਉਹ ਵੀ MD ਕੈਟਾਗਰੀ 'ਚ ਆਏਗਾ, ਮਲਟੀਪਲ ਡਿਸੇਬਿਲਿਟੀਜ਼। ਤੋ ਅੱਗੇ ਆਪਾਂ ਗੱਲ ਕਰਦੇ ਹਾਂ ਇਸ ਦੇ ਅਧੀਨ ਇਸ ਨੂੰ ਬੜਾਵਾ ਦੇਣ ਲਈ ਐਕਟ ਅਤੇ ਰੂਲ। PW ਐਕਟ 1995। ਜ਼ਿਆਦਾਤਰ ਜਿੰਨੇ ਵੀ PTET ਹੋਏ ਹਨ, CTET ਹੋਏ ਹਨ ਅਤੇ ਜਾਂ ਕੋਈ ਵੀ ਆਪਾਂ ਐਗਜ਼ਾਮ ਲਗਾ ਲਈਏ ਤਾਂ PW ਐਕਟ ਬਾਰੇ ਜ਼ਰੂਰ ਪੁੱਛਿਆ ਗਿਆ ਹੈ, ਜਾਂ ਲਰਨਿੰਗ ਡਿਸੇਬਿਲਿਟੀ ਬਾਰੇ ਪੁੱਛਿਆ ਗਿਆ ਹੈ ਅਤੇ ਜਾਂ PW ਐਕਟ ਬਾਰੇ ਪੁੱਛਿਆ ਗਿਆ ਹੈ। PW ਐਕਟ 1995 ਪਰਸਨ ਵਿਦ ਡਿਸੇਬਿਲਿਟੀਜ਼, ਇਕੁਅਲ ਓਪਰਚੁਨਿਟੀਜ਼, ਪ੍ਰੋਟੈਕਸ਼ਨ ਐਂਡ ਆਫ ਰਾਈਟ ਐਂਡ ਫੁੱਲ ਪਾਰਟੀਸਪੇਸ਼ਨ, ਜੋ ਇਸ ਦਾ ਮੋਟੋ ਐਂਡ ਇਸ ਦਾ ਨਾਅਰਾ ਹੈ। ਐਕਟ 1995 ਇਸ ਦੀ ਗੱਲ ਕਰੀਏ ਤਾਂ 2016 ਵਿੱਚ ਇਸ ਦੀ ਅਮੈਂਡਮੈਂਟ ਕੀਤੀ ਗਈ ਹੈ, ਜਿਸ ਦੇ ਵਿੱਚ 21 ਡਿਸੇਬਿਲਿਟੀਜ਼ ਨੂੰ ਕਵਰ ਕੀਤਾ ਗਿਆ ਹੈ। ਤੋ ਇਸ ਦੀ ਅਮੈਂਡਮੈਂਟ ਜੋ ਕਿ ਹਾਲ ਦੀ ਘੜੀ 2016 ਵਿੱਚ ਕੀਤੀ ਗਈ ਹੈ, ਜੋ ਕਿ 1995 ਵਿੱਚ ਲਾਂਚ ਹੋਇਆ, ਤੋ ਜੋ ਕਿ 1916 ਵਿੱਚ ਇਸ ਨੂੰ ਅਮੈਂਡਮੈਂਟ ਕੀਤੀ ਗਈ। ਅੱਗੇ ਗੱਲ ਕਰਦੇ ਹਾਂ ਸਰਵ ਸਿੱਖਿਆ ਅਭਿਆਨ। ਐਜ਼ ਐਨ ਇੰਟਰਵੈਂਸ਼ਨ ਪ੍ਰੋਗਰਾਮ ਇਟ ਸਟਾਰਟ ਇਨ 2001 ਵਿੱਚ ਇਸ ਦੀ ਸ਼ੁਰੂਆਤ ਹੋਈ। 86ਵੀਂ ਸੰਸ਼ੋਧਨ ਆਫ ਕੌਂਸਟੀਟਿਊਸ਼ਨ ਆਫ ਇੰਡੀਆ, ਜਿਹੜੀ ਕਿ ਮੁਫਤ ਅਤੇ ਲਾਜ਼ਮੀ ਸਿੱਖਿਆ ਨੂੰ ਬੜਾਵਾ ਦਿੰਦੀ ਹੈ। ਇਟ ਇਜ਼ ਏ ਫੰਡਾਮੈਂਟਲ, ਜਿਹੜਾ ਸਿੱਖਿਆ ਦਾ ਅਧਿਕਾਰ ਹੈ ਉਹ ਇੱਕ ਫੰਡਾਮੈਂਟਲ ਰਾਈਟ ਹੈ। ਤੋ ਆਰਟੀਕਲ ਨੰਬਰ 21A ਦੇ ਵਿੱਚ, ਜਿਸ ਦੇ ਵਿੱਚ ਵਿਆਖਿਆ ਕਰਦਾ ਹੈ ਆਫਟਰ 2018 ਸਰਵ ਸਿੱਖਿਆ ਅਭਿਆਨ, ਜਿਸ ਨੂੰ ਆਪਾਂ ਬਦਲ ਕੇ ਕਹਿ ਲਈਏ ਕਿ ਸਮਗਰਾ ਸਿੱਖਿਆ ਅਭਿਆਨ ਨੇ ਅਡੋਪਟ ਕਰ ਲਿੱਤਾ ਗਿਆ ਹੈ, ਉਸ ਦੇ ਵਿੱਚ ਅਧੀਨ ਇਹ ਕਵਰ ਹੋ ਰਿਹਾ ਹੈ। ਇਨਕਲੂਸਿਵ ਐਜੂਕੇਸ਼ਨ ਫॉर ਡਿਸੇਬਲਡ, IED ਔਰ IDSS, ਜੋ ਕਿ IDSS ਦੀ ਆਪਾਂ ਗੱਲ ਕਰੀਏ ਤਾਂ ਉਹ ਪਹਿਲਾਂ ਲਾਗੂ ਹੋਇਆ ਸੀ, ਅਤੇ IED ਜੋ ਕਿ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਹ 2009 ਵਿੱਚ ਲਾਗੂ ਹੋਇਆ ਹੈ। ਤੋ ਇਹ 2009 ਵਿੱਚ RTE ਰਾਈਟ ਟੂ ਐਜੂਕੇਸ਼ਨ ਦੇ ਅਧੀਨ ਪੂਰੇ ਭਾਰਤ ਦੇ ਵਿੱਚ ਇਨਕਲੂਸਿਵ ਐਜੂਕੇਸ਼ਨ ਨੂੰ ਜਿਹੜੀ ਹੈ ਪੂਰਨ ਰੂਪ ਦਿੱਤਾ ਗਿਆ ਹੈ। ਰਿਹੈਬਿਲਿਟੇਸ਼ਨ ਕਾਊਂਸਲ ਆਫ ਇੰਡੀਆ RCI ਨਿਊ ਦਿੱਲੀ, ਜਿਸ ਦੀ ਐਸਟੈਬਲਿਸ਼ਮੈਂਟ 1986 ਵਿੱਚ ਹੋਈ। ਤੋ ਇਹ ਕੀ ਕੰਮ ਕਰਦੀ ਹੈ, ਤੋ ਆਪਾਂ ਇਸ ਦੇ ਬਾਰੇ ਗੱਲ ਕਰਦੇ ਹਾਂ। ਟੂ ਰੈਗੂਲੇਟ ਦਾ ਟ੍ਰੇਨਿੰਗ ਪੋਲਿਸੀਜ਼ ਐਂਡ ਪ੍ਰੋਗਰਾਮ ਇਨ ਦਾ ਫੀਲਡ ਆਫ ਰਿਹੈਬਿਲਿਟੇਸ਼ਨ ਆਫ ਪਰਸਨ ਵਿਦ ਡਿਸੇਬਿਲਿਟੀਜ਼ ਐਂਡ ਬ੍ਰਿੰਗ ਅਬਾਊਟ ਸਟੈਂਡਰਡਾਈਜੇਸ਼ਨ ਆਫ ਟ੍ਰੇਨਿੰਗ ਕੋਰਸ ਆਫ ਪ੍ਰੋਫੈਸ਼ਨਲ ਡੀਲਿੰਗ ਵਿਦ ਪਰਸਨ ਵਿਦ ਡਿਸੇਬਿਲਿਟੀਜ਼। ਤੋ ਆਓ ਇਸ ਦੀ ਗੱਲ ਕਰਦੇ ਹਾਂ, ਇਹ ਕੀ ਕੰਮ ਕਰਦੀ ਹੈ। ਇਹ ਜੋ ਕਿ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਕੋਰਸ ਕਰਾਏ ਜਾਂਦੇ ਹਨ, ਚਾਹੇ ਉਹ ਸਪੈਸ਼ਲ BEd ਹੈ ਅਤੇ ਸਪੈਸ਼ਲ ELD ਹੈ, ਤੋ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਸਪੈਸ਼ਲ ਆਪਣਾ ਸਰਟੀਫਿਕੇਟ ਕੋਰਸ ਹੈ, ਤੋ ਇਸ ਨੂੰ ਮਾਨਤਾ ਪ੍ਰਾਪਤ ਦਿੰਦੀ ਹੈ, ਤੋ ਮਾਨਤਾ ਦਿੰਦੀ ਹੈ, ਤੋ ਇਸ ਦੇ ਅਧੀਨ ਰਜਿਸਟਰ ਹੋਣਾ ਜ਼ਰੂਰੀ ਹੈ। ਮੋਸਟ ਇੰਪੋਰਟੈਂਟ ਇੰਸਟੀਟਿਊਟ ਆਫ ਪਰਸਨ ਵਿਦ ਡਿਸੇਬਿਲਿਟੀ। ਤੋ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਇਹਨਾਂ ਜੋ ਇੰਸਟੀਟਿਊਟ ਹੈ, ਇਹਨਾਂ ਦੇ ਵਿੱਚ ਕੋਈ ਵੀ ਇੰਸਟੀਟਿਊਟ ਨੂੰ ਲਿਖ ਕੇ ਪੁੱਛ ਲਿੱਤਾ ਗਿਆ ਹੈ ਕਿ ਉਹ ਕਿੱਥੇ ਸਥਿਤ ਹੈ। ਤੋ ਜ਼ਿਆਦਾਤਰ ਆਪਾਂ ਨੰਬਰ 2 ਦੀ ਗੱਲ ਕਰੀਏ ਤਾਂ ਇਹ ਬਹੁਤ ਵਾਰ ਆ ਚੁੱਕਾ ਹੈ, ਤੋ ਆਪਾਂ ਇਸ ਨੂੰ ਆਪਾਂ ਧਿਆਨ ਦੇਣ ਯੋਗ ਹੈ ਕਿ ਆਪਾਂ ਇਸ ਸਭ ਨੂੰ ਇੱਕ ਵਾਰੀ ਰੀਡ ਆਊਟ ਕਰ ਲਿੱਤਾ ਜਾਵੇ ਕਿ ਇਹ ਕਿੱਥੇ ਕਿੱਥੇ ਹਨ, ਜੋ ਕਿ ਮੇਨ ਹਨ। ਨੈਸ਼ਨਲ ਇੰਸਟੀਟਿਊਟ ਆਫ ਇੰਪਾਵਰਮੈਂਟ ਆਫ ਪਰਸਨ ਵਿਦ ਵਿਜ਼ੂਅਲੀ
विजुअल डिसेबिलिटीज़ जो कि देहरादून विच है, अली यावर यंग नेशनल इंस्टीट्यूट ऑफ स्पीच एंड हेयरिंग डिसेबिलिटी जो कि उत्तर प्रदेश विच है, जो कि हाल ਦੀ ਘੜੀ ਮੇਰੇ ਖਿਆਲ ਟੈਟ ਦੇ ਵਿੱਚ ਪੁੱਛਿਆ ਗਿਆ ਸੀਗਾ। ਤੋ ਕਈ ਵਾਰ ਇਹ ਆ ਚੁੱਕਿਆ ਹੈ, ਤੋ ਇਸ ਨੂੰ ਧਿਆਨ ਨਾਲ ਪੜ੍ਹ ਲਿੱਤਾ ਜਾਵੇ ਤਾਂ ਕਿ ਆਪਾਂ ਨੂੰ ਆ ਜਿੰਨੇ ਵੀ ਇੰਸਟੀਟਿਊਟ ਹੈ ਇਸ ਦੇ ਬਾਰੇ ਕੋਈ ਕੁਐਸਚਨ ਆਵੇ ਤੇ ਆਪਣਾ 1 ਨੰਬਰ ਦਾ ਕੋਈ ਕੁਐਸਚਨ ਰਹਿ ਨਾ ਜਾਵੇ। ਨੈਸ਼ਨਲ ਇੰਸਟੀਟਿਊਟ ਆਫ ਇੰਪਾਵਰਮੈਂਟ ਆਫ ਪਰਸਨ ਵਿਦ ਇੰਟੈਲੈਕਚੁਅਲ ਡਿਸੇਬਿਲਿਟੀ ਨੋਇਡਾ ਉੱਤਰ ਪ੍ਰਦੇਸ਼ ਵਿੱਚ ਹੈ। ਨੈਸ਼ਨਲ ਇੰਸਟੀਟਿਊਟ ਆਫ ਇੰਪਾਵਰਮੈਂਟ ਆਫ ਪਰਸਨ ਵਿਦ ਮਲਟੀਪਲ ਡਿਸੇਬਿਲਿਟੀ ਜੋ ਕਿ ਤਮਿਲਨਾਡੂ ਵਿੱਚ ਹੈ। ਨੈਸ਼ਨਲ ਇੰਸਟੀਟਿਊਟ ਆਫ ਲੋਕੋਮੋਟਰ ਡਿਸੇਬਿਲਿਟੀਜ਼ ਕੋਲਕਾਤਾ ਵੈਸਟ ਬੰਗਾਲ ਵਿੱਚ ਹੈ। ਨੈਸ਼ਨਲ ਸਾਈਨ ਲੈਂਗੁਏਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਨਿਊ ਦਿੱਲੀ ਸਾਈਨ ਲੈਂਗੁਏਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਜਿੱਥੇ ਸਾਈਨ ਲੈਂਗੁਏਜ ਸੰਕੇਤਿਕ ਭਾਸ਼ਾ ਜੋ ਕਿ ਇਸ ਦੇ ਕੋਰਸ ਕਰਾਏ ਜਾਂਦੇ ਹਨ ਤੋ ਉਸ ਦੇ ਕਿਸ ਤਰ੍ਹਾਂ ਪ੍ਰਯੋਗ ਕੀਤਾ ਜਾਂਦਾ ਹੈ ਤੋ ਉਸ ਦੇ ਰਿਗਾਰਡਿੰਗ ਨਿਊ ਦਿੱਲੀ ਵਿੱਚ ਇਸ ਦਾ ਸੈਂਟਰ ਹੈ। ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਐਂਡ ਰਿਹੈਬਲੀਟੇਸ਼ਨ ਮੱਧ ਪ੍ਰਦੇਸ਼। ਤੋ ਆਓ ਆਪਾਂ ਗੱਲ ਕਰਦੇ ਹਾਂ ਇਨਕਲੂਸਿਵ ਐਜੂਕੇਸ਼ਨ ਜਾਂ ਸਪੈਸ਼ਲ ਐਜੂਕੇਸ਼ਨ ਜਿਹੜੀ ਆਪਾਂ ਕਿਹਾ ਜਾ ਸਕਦਾ ਆ। ਅਤੇ ਇਨਕਲੂਸਿਵ ਐਜੂਕੇਸ਼ਨ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾਇਆ ਜਾਂਦਾ ਹੈ। ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਪ੍ਰੋਗਰਾਮ ਇੱਕ IP ਇਸ ਦੇ ਬਾਰੇ ਗੱਲ ਕਰੀਏ ਤਾਂ ਕਈ ਵਾਰ ਇਹ ਵੀ ਪੁੱਛਿਆ ਗਿਆ ਹੈ ਕਿ IP ਦੀ ਫੁੱਲ ਫੋਰਮ ਦੱਸੋ। ਤੋ IP ਦੀ ਫੁੱਲ ਫੋਰਮ ਹੈ ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਪ੍ਰੋਗਰਾਮ। ਤੋ ਇਹ ਕੀ ਹੈ, ਇੱਕ ਬੱਚੇ ਨੂੰ ਪੜ੍ਹਾਉਣ ਲਈ तो IP individual education program is written document that developed for each public school and government school child is eligible for special education. IP is created through a team effort and reviewed at least one a year। ਇਹ ਬੱਚੇ ਦੇ ਜਿਹੜਾ ਟੀਚਾ ਮਿੱਥਿਆ ਜਾਂਦਾ ਹੈ ਕਿ ਬੱਚੇ ਨੂੰ ਇਸ 3 ਮਹੀਨਿਆਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਜਾਂ ਸਾਲ ਦੇ ਵਿੱਚ ਕੀ ਕਰਾਇਆ ਜਾਣਾ ਹੈ ਤੋ ਉਸ ਦਾ ਜੋ ਟੀਚਾ ਹੈ ਉਸ ਦੇ IP ਕ੍ਰੀਏਟ ਕੀਤੇ ਜਾਂਦੇ ਹਨ ਅਤੇ ਉਸ ਦੇ ਵਿੱਚ ਉਸ ਦੀ ਹਿਸਟਰੀ ਦਿੱਤੀ ਜਾਂਦੀ ਹੈ, ਚਾਹੇ ਉਹ ਉਸ ਦੀ ਬੈਕਗਰਾਊਂਡ ਹਿਸਟਰੀ ਹੋਵੇ, ਚਾਹੇ ਉਸ ਦੀ ਪੇਰੈਂਟਸ ਦੀ ਹਿਸਟਰੀ ਹੋਵੇ ਤਾਂ ਉਸ ਦੀ ਸਿਮਲਿੰਗ ਹੋਵੇ ਤਾਂ ਉਸ ਦੇ ਬਾਰੇ ਟੀਚਾ ਲਿੱਤਾ ਜਾਂਦਾ ਹੈ ਕਿ ਬੱਚੇ ਨੂੰ ਕੀ ਪੜ੍ਹਾਇਆ ਜਾਵੇਗਾ। ਤੋ ਇਸ IP ਦੇ ਅਧੀਨ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ। ਇਹ IP ਜਿਵੇਂ ਬੱਚਾ ਕੋਈ ਗੋਲ ਅਚੀਵ ਕਰ ਲਿੱਤਾ ਜਾਂਦਾ ਹੈ ਤਾਂ ਉਸਦੇ IP ਚੇਂਜ ਕਰ ਦਿੱਤੇ ਜਾਂਦੇ ਹਨ ਅਤੇ ਉਸਨੂੰ ਨਵਾਂ IP ਫੋਰਮੈਟ ਦੇ ਅਧੀਨ ਗੋਲ ਉਸਦੇ ਅੱਗੇ ਦੇ ਰੱਖ ਦਿੱਤੇ ਜਾਂਦੇ ਹਨ। ਤੋ ਆਓ ਆਪਾਂ ਹੁਣ ਥੋੜ੍ਹੇ ਕੁਛ ਜਿਹੜੇ ਕੁਐਸਚਨ ਜੋ ਕਿ ਵਾਰ ਆਪਣੇ PTET CTET ਜਾਂ ਕੋਈ ਹੋਰਨਾਂ ਐਜੂਕੇਸ਼ਨ ਪੇਪਰਾਂ ਵਿੱਚ ਆ ਚੁੱਕੇ ਹਨ। ਤੋ ਆਓ ਆਪਾਂ ਉਸ ਦੀ ਗੱਲ ਕਰਦੇ ਹਾਂ। ਤੋ ਉਸਦੇ ਟੈਸਟ ਦੀ ਗੱਲ ਕਰਦੇ ਹਾਂ ਜੋ ਕਿ ਆਪ ਪਹਿਲਾਂ ਪੜ੍ਹ ਚੁੱਕੇ ਹੋ। ਤੋ ਇਨਕਲੂਸਿਵ ਐਜੂਕੇਸ਼ਨ ਕੀ ਹੈ। ਇਨਕਲੂਸਿਵ ਐਜੂਕੇਸ਼ਨ ਬੱਚੇ ਨੂੰ ਅਲੱਗ ਤੋਂ ਸਿੱਖਿਆ ਦੇਣਾ, ਬੱਚੇ ਨੂੰ ਸਧਾਰਨ ਬੱਚਿਆਂ ਨਾਲ ਸਿੱਖਿਆ ਦੇਣਾ, ਬੱਚੇ ਨੂੰ ਸਿੱਖਿਆ ਨਾ ਦੇਣਾ, ਬੱਚੇ ਨੂੰ ਘਰ ਬਿਠਾ ਕੇ ਸਿੱਖਿਆ ਦੇਣਾ। ਤੋ ਇਸ ਦੇ ਵਿੱਚ ਕੀ ਆਏਗਾ, ਬੱਚੇ ਨੂੰ ਅਲੱਗ ਤੋਂ ਸਿੱਖਿਆ ਦੇਣਾ ਨਾ ਬੱਚੇ ਨੂੰ ਸਧਾਰਨ ਬੱਚਿਆਂ ਦੇ ਨਾਲ ਸਿੱਖਿਆ ਦੇਣਾ ਇਨਕਲੂਸਿਵ ਐਜੂਕੇਸ਼ਨ ਕਹਿਲਾਉਂਦਾ ਹੈ। ਤੋ ਅੱਗੇ ਗੱਲ ਕਰਦੇ ਹਾਂ ਇਨਕਲੂਸਿਵ ਐਜੂਕੇਸ਼ਨ ਵਿੱਚ ਬੱਚੇ ਲਈ ਕੀ ਗੱਲਾਂ ਮੱਦੇ ਨਜ਼ਰ ਰੱਖੀਆਂ ਜਾਂਦੀਆਂ ਹਨ। ਬੱਚੇ ਦੀ ਆਲ ਓਵਰ ਜ਼ਰੂਰਤਾਂ ਅਤੇ ਵਾਤਾਵਰਨ, ਸਿਰਫ ਪਾਠਕ੍ਰਮ ਸਿਰਫ ਕਰਿਕੂਲਮ ਵਿੱਚ ਬਦਲਾਵ ਕੀਤਾ ਜਾਂਦਾ ਹੈ, ਸਿਰਫ ਕਲਾਸਰੂਮ ਵਿੱਚ, ਸਿਰਫ ਅਧਿਆਪਕ ਦੀ ਚੋਣ ਕਿ ਬੱਚੇ ਨੂੰ ਅਧਿਆਪਕ ਕੌਣ ਪੜ੍ਹਾਏਗਾ। ਤੋ ਇਸ ਦੇ ਵਿੱਚ ਆਹ ਸਾਰੀਆਂ ਗੱਲਾਂ ਮੱਦੇ ਨਜ਼ਰ ਰੱਖੀਆਂ ਜਾਂਦੀਆਂ ਹਨ, ਚਾਹੇ ਉਹ ਕਰਿਕੂਲਮ ਆਪਾਂ ਪੜ੍ਹਿਆ ਸੀ ਕਰਿਕੂਲਮ ਦੇ ਰਿਗਾਰਡਿੰਗ ਹੋਣ, ਚਾਹੇ ਉਸਦਾ ਇਨਵਾਇਰਮੈਂਟਲ ਹੋਣ, ਚਾਹੇ ਉਹਦੀ ਕਲਾਸਰੂਮ ਹੋਵੇ, ਹਰ ਇੱਕ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਜਾਂਦਾ ਹੈ। ਤੋ ਅੱਗੇ ਪੜ੍ਹਦੇ ਹਾਂ PW ਐਕਟ 1995 ਦਾ ਅਮੈਂਡਮੈਂਟ ਨਵੀਕਰਨ ਕਦੋਂ ਕੀਤਾ ਗਿਆ। ਤੋ 2016 1995 2000 2018 ਤੋ ਇਸ ਦਾ ਸਹੀ ਆਨਸਰ ਹੈ 2016 ਜਿਸ ਦੇ ਵਿੱਚ 21 ਡਿਸੇਬਿਲਿਟੀਜ਼ ਕੈਟਾਗਰੀਆਂ ਨੂੰ ਸੰਖੇਪ ਵਿੱਚ ਦਿੱਤਾ ਗਿਆ ਹੈ। IP ਤੋਂ ਕੀ ਭਾਵ ਹੈ। ਇਨਕਲੂਸਿਵ ਐਜੂਕੇਸ਼ਨ ਪ੍ਰੋਗਰਾਮ, ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਪ੍ਰੋਗਰਾਮ, ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਆਫ ਪਰਸਨ, ਇਨਕਲੂਸਿਵ ਐਜੂਕੇਸ਼ਨ ਫॉर ਪਰਸਨ। ਤੋ ਇਸ ਦਾ ਸਹੀ ਆਨਸਰ ਹੈ ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਪ੍ਰੋਗਰਾਮ। ਲਰਨਿੰਗ डिसेबिलिटी इन मोटर स्किल इज़ कॉल्ड। तो
ਇਸ ਦੇ ਬਾਰੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ, ਲਰਨਿੰਗ ਡਿਸੇਬਿਲਿਟੀ ਜਿਸ ਦੀਆਂ ਅਲੱਗ-ਅਲੱਗ ਕੈਟਾਗਰੀਆਂ ਹਨ, ਇਸ ਦੇ ਬਾਰੇ ਇੱਕ ਅਲੱਗ ਤੋਂ ਲੈਕਚਰ ਕ੍ਰੀਏਟ ਕੀਤਾ ਜਾਵੇਗਾ, ਜੋ ਕਿ 1-2 ਦਿਨਾਂ ਦੇ ਵਿੱਚ ਪਾ ਦਿੱਤਾ ਜਾਵੇਗਾ। तो लर्निंग डिसेबिलिटी इन मोटर स्किल इज कॉल्ड डिस्प्रैक्सिया, डिस्ग्राफिया, डिसकैलकुलिया और मोटर डिसेबिलिटी। तो ਆਪਾਂ ਗੱਲ ਕਰੀਏ ਮੋਟਰ ਡਿਸੇਬਿਲਿਟੀ, ਇਹ ਨਹੀਂ ਆਏਗਾ। ਡਿਸਕੈਲਕੂਲੀਆ ਦੇ ਵਿੱਚ ਉਹ ਬੱਚਾ ਹੁੰਦਾ ਹੈ ਜਿਸ ਨੂੰ ਕੋਈ ਕੈਲਕੂਲੇਸ਼ਨ ਮੈਥ ਦੇ ਰਿਗਾਰਡਿੰਗ ਕੋਈ ਸਮੱਸਿਆ ਹੋਵੇ, ਉਹ ਨਾ ਕਰ ਪਾ ਸਕਦਾ ਹੋਵੇ, ਤਾਂ ਉਹ ਬੱਚਾ ਡਿਸਕੈਲਕੂਲੀਆ ਹੋਏਗਾ। ਤੋ ਇਹ ਆਨਸਰ ਇਹ ਵੀ ਬਿਲਕੁਲ ਨਹੀਂ ਹੋਏਗਾ। ਅਤੇ ਡਿਸਗ੍ਰਾਫੀਆ ਦੇ ਵਿੱਚ ਬੱਚਾ ਜਿਸ ਨੂੰ ਲਿਖਣ ਦੇ ਵਿੱਚ ਕਈ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ, ਚਾਹੇ ਆਪਾਂ ਪਿਕਚਰ ਦੇਖੀ ਹੋਊਗੀ ਤਾਰੇ ਜ਼ਮੀਨ 'ਤੇ, ਤੋ ਜੋ ਬੱਚਾ ਉਸ ਦੇ ਵਿੱਚ ਹੁੰਦਾ ਹੈ ਉਹ ਲਰਨਿੰਗ ਡਿਸੇਬਿਲਿਟੀ ਨੂੰ ਉਸ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਡਿਸਗ੍ਰਾਫੀਆ ਦੇ ਵਿੱਚ ਬੱਚਾ ਅੱਖਰ ਮਿਰਰ ਵਿਊ ਬਣਾਏਗਾ ਜਾਂ ਅੱਖਰ ਨੂੰ ਉਲਟ ਲਿਖੇਗਾ, ਡਿਸਗ੍ਰਾਫੀਆ ਕਹਿਲਾਏਗਾ। ਤੋ ਆਪਣੀ ਗੱਲ ਕਰਦੇ ਹਾਂ ਲਰਨਿੰਗ ਡਿਸੇਬਿਲਿਟੀ ਇਨ ਮੋਟਰ ਸਕਿੱਲ ਦੇ ਵਿੱਚ ਡਿਸਪ੍ਰੈਕਸੀਆ ਸਹੀ ਆਨਸਰ ਹੈ। ਸਧਾਰਨ ਬੱਚੇ ਦਾ ਦਿਮਾਗੀ ਸਤਰ ਕਿੰਨਾ ਹੁੰਦਾ ਹੈ? 90 ਤੋਂ 110, 50 ਤੋਂ 70, 130 ਤੋਂ ਅਬਵ, 50 ਤੋਂ 55। ਤੋ ਇਸ ਦਾ ਸਹੀ ਆਨਸਰ ਹੈ 90 ਤੋਂ 110। 130 ਤੋਂ ਅਬਵ ਜਿਹੜਾ ਆ ਉਹ ਬੱਚਾ ਗਿਫਟਿਡ ਚਾਈਲਡ ਕਹਿਲਾਏਗਾ, ਔਰ 190 ਤੋਂ ਨੀਚੇ ਡਾਊਨ ਜਿਸ ਤਰ੍ਹਾਂ ਜਾਂਦਾ ਜਾਏਗਾ ਉਹ ਬੱਚਾ ਜਿਹੜਾ ਆ ਮਾਨਸਿਕ ਡਿਸੇਬਿਲਿਟੀ ਨਾਲ ਪੀੜਤ ਹੋਏਗਾ ਅਤੇ ਉਸ ਨੂੰ ਸੋਚਣ ਸਮਝਣ ਦੀ ਸ਼ਕਤੀ ਘੱਟ ਹੋਏਗੀ। ਸਧਾਰਨ ਸੁਣਨ ਦੀ ਸ਼ਕਤੀ ਨਿਮਨ ਕਿੰਨੀ ਹੈ? 0 ਤੋਂ 20 dB, 20 ਤੋਂ 40 dB, 40 ਤੋਂ 60 dB ਅਤੇ 70 ਤੋਂ 90 dB। तो इसका सही आंसर है 0 ਤੋਂ 20 dB। तो अगला अपना क्वेश्चन है डिसग्राफिया तो की भाव है? डिसग्राफिया तो हैगा आ बच्चा संख्या जोड़ संबंधी समस्या, लिखन संबंधी समस्या, बोलन संबंधी समस्या, देखन संबंधी समस्या। तो इसका सही आंसर है लिखन संबंधी, जिस दे विच आपां पहला गल कर चुके हैं, उसनूं अखर है जिहड़े आ उसनूं लिखन विच प्रॉब्लम आएगी। एक आम व्यक्ति की देखने की सही दृष्टि की है? 6/9, 6/6, 6/10, 6/20। तो इसका सही आंसर है 6/6। जेकर एक बच्चा जिस नूं काफ़ी घट दिखाई दिंदा है ਉਹ ਪਾਠਕ੍ਰਮ ਨੂੰ ਸਧਾਰਨ ਬੱਚਿਆਂ ਵਾਂਗ ਪੜ੍ਹ ਨਹੀਂ ਸਕਦਾ, ਉਸ ਲਈ ਕੀ ਬੰਦੋਬਸਤ ਕੀਤੇ ਜਾ ਸਕਦੇ ਹਨ? ਉਸ ਨੂੰ ਜਮਾਤ ਤੋਂ ਬਾਹਰ ਕੱਢ ਦਿੱਤਾ ਜਾਏਗਾ, ਟੀਚਰ ਉਸ ਨੂੰ ਜਮਾਤ ਵਿੱਚੋਂ ਬਾਹਰ ਕੱਢ ਦੇਗਾ, ਉਸ ਨੂੰ ਬਰੇਲ ਲਿਪੀ ਨਾਲ ਪੜ੍ਹਾਇਆ ਜਾਵੇਗਾ, ਜਾਂ ਬੱਚੇ ਨੂੰ ਸੰਕੇਤਿਕ ਭਾਸ਼ਾ ਰਾਹੀਂ ਪੜ੍ਹਾਇਆ ਜਾਏਗਾ, ਜਾਂ ਉਸ ਲਈ ਲਾਰਜ ਪ੍ਰਿੰਟ ਕਿਤਾਬਾਂ ਦਾ ਬੰਦੋਬਸਤ ਕੀਤਾ ਜਾਏਗਾ। ਤੋ ਜਿਹੜਾ ਬੱਚਾ ਘੱਟ ਦਿਖਾਈ ਦਿੰਦਾ ਹੈ, ਜਿਸ ਦੀ ਆਪਾਂ ਕਹਿ ਲਈਏ ਕਿ ਇੰਨਾ ਵੀ ਘੱਟ ਨਹੀਂ ਕਿ ਉਹ ਬੱਚਾ ਚਸ਼ਮੇ ਨਾਲ ਉਸਦੀ ਜਿਹੜੀ ਹੈਗੀ ਆ ਵਿਜ਼ਨ ਠੀਕ ਹੁੰਦੀ ਹੋਵੇ। ਤੋ ਇਹ ਬੱਚੇ ਉਹ ਬੱਚੇ ਹਨ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਬਹੁਤ ਹੀ ਘੱਟ ਦਿਖਾਈ ਦਿੰਦਾ ਹੈ, ਜਿਸ ਦੇ ਲਈ ਉਸ ਨੂੰ ਲਾਰਜ ਪ੍ਰਿੰਟ ਪੁਸਤਕਾਂ ਦੀ ਲੋੜ ਪੈਂਦੀ ਹੈ। ਤੋ ਬੱਚੇ ਨੂੰ ਜੇਕਰ ਬਹੁਤ ਜ਼ਿਆਦਾ ਘੱਟ ਦਿਖਾਈ ਦਿੰਦਾ ਹੈ ਤੋ ਉਹ ਵਿਜ਼ੂਅਲੀ ਇੰਪੇਅਰਡ ਦੀ ਕੈਟਾਗਰੀ ਵਿੱਚ ਹੈ, ਤਾਂ ਉਸ ਲਈ ਲਾਰਜ ਪ੍ਰਿੰਟ ਕਿਤਾਬਾਂ ਦਾ ਬੰਦੋਬਸਤ ਕੀਤਾ ਜਾਵੇਗਾ। ਸੁਣਨ ਅਤੇ ਬੋਲਣ ਸੰਬੰਧੀ ਸਮੱਸਿਆ ਵਾਲੇ ਬੱਚੇ ਕਿਸ ਭਾਸ਼ਾ ਰਾਹੀਂ ਪੜ੍ਹਾਇਆ ਜਾਂਦਾ ਹੈ? ਤੋ ਬਰੇਲ ਲਿਪੀ ਰਾਹੀਂ, ਸੰਕੇਤਿਕ ਭਾਸ਼ਾ, ਪੜ੍ਹਾਇਆ ਹੀ ਨਹੀਂ ਜਾਏਗਾ। ਅਤੇ ਉਪਰੋਕਤ ਸਾਏ ਤੋ ਬੱਚੇ ਨੂੰ ਸੰਕੇਤਿਕ ਭਾਸ਼ਾ ਸਾਈਨ ਲੈਂਗੁਏਜ ਰਾਹੀਂ ਪੜ੍ਹਾਇਆ ਜਾਂਦਾ ਹੈ, ਤੋ ਉਹਨਾਂ ਨੂੰ ਸਿਖਾਈ ਜਾਂਦੀ ਹੈ। ਤੋ ਪਲੀਜ਼ ਜੇਕਰ ਤੁਹਾਨੂੰ ਇਹ ਲੈਕਚਰ ਬਹੁਤ ਚੰਗਾ ਲੱਗਾ ਹੈ ਤਾਂ ਲਾਈਕ ਕਰੋ, ਸਬਸਕ੍ਰਾਈਬ, ਸ਼ੇਅਰ ਐਂਡ ਕਲਿੱਕ ਔਨ ਬੈਲ ਆਈਕਨ ਐਂਡ ਥੈਂਕ ਯੂ ਟਾਈਮ ਟੂ ਲਰਨ ਪੰਜਾਬ। ਤੋ ਜਲਦੀ ਆਪਾਂ ਮਿਲਦੇ ਹਾਂ ਇੱਕ ਨਵੇਂ ਟੌਪਿਕ ਦੇ ਨਾਲ, ਤੋ ਲਾਈਕ ਜ਼ਰੂਰ ਕਰੋ। ਧੰਨਵਾਦ।